कबूतर मैं हुणी मैनू कॉल आई है उड़ नहीं रहा सीगा मैनू लगता है कोई बच्चा है शायद देखो तो सारी स्किन वगैरह की प्रॉब्लम हैगी जी सारी जी तो मैं हुणे दी मैं हुण घर ही मैं ट्रीटमेंट करके इनू घर तो ही इनू मैं उड़ा दांगा इनू। मैंने आज तक 2011 से मैं 1254 के करीब मैं पंछियों का संस्कार कर चुका हूँ। उस 1150 के करीब मैं इनका इलाज करके इनको फ्री कर चुका हूँ, चाहे यहाँ से अपने घर से या अपने हॉस्पिटल से। मैं जितने भी पंछियों का संस्कार करता हूँ 4 साल से लगातार मैं इनके लिए, जैसे हम अपने रिश्तेदारों के लिए हवन करवाते हैं, जैसे वो उनकी आत्मा को शांति मिले ऊपर जाके, तो मैं भी पंछियों की आत्मा की शांति के लिए 4 साल से लगातार हवन करवा रहा हूँ। रोड साइड के ऊपर कोई भी जानवर या पंछी मरिया होंदा है, लोग ਉਹਦੇ ਵੱਲ गौर नहीं करते, बस मूँह के उपर रुमाल करके निकल जाते हैं, ਉਹਦੇ पर कोई सोचता नहीं है। फिर मैं सोचा नहीं इन्हों का कुछ ना कुछ मैंने सोचना चाहिए, तो मैं फिर चंडीगढ़ आके मैं उत्थे उन्हों का संस्कार किया दोनों का कबूतरों का। फिर मैं 4 दिन बाद आके चंडीगढ़ आके मैं अपने खर्चे के उपर इश्तिहार बनवाया, उसदे अपील लिखी मैं, भाई मेरे बहन भाइयों बच्चों बुजुर्गों, जो भी आपको कहीं भी मरा हुआ पंछी या जख्मी पंछी अगर कोई मिलता है तो मुझे इस नंबर पे कॉन्टैक्ट करें। ऊपर वाले ने हमें इतनी अच्छी जून दी है, हर एक चीज़ समझने की जरूरत की है। अगर हम इसमें अच्छे काम नहीं करेंगे तो हमारा दुनिया में आने का जो मकसद है वो ख़त्म है, उसका कोई फ़ायदा नहीं है हमारी इस अच्छी जून का। तो हमें अच्छे काम करने चाहिए, सेवा करनी चाहिए, चाहे कोई जानवर है, कोई पंछी है, कोई आदमी है, कुछ भी है, सेवा करो। रहमत टीवी देखने वाले तमाम ਸਰੋਤਿਆਂ ਦਾ ਨਿੱਘਾ ਸਵਾਗਤ ਹੈ। मैं हाँ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ। ਦੋਸਤੋ ਭਾਰਤ ਦੇਸ਼ ਦੀ ਜੇ ਮੈਂ ਗੱਲ ਕਰਾਂ, ਭਾਰਤ ਦੇਸ਼ ਦੇ ਵਿੱਚ ਅਕਸਰ ਜਿਹੜੇ ਲੋਕ ਆ ਹਮਦਰਦੀ ਵਾਲੇ ਦਿਖਾਈ ਦਿੰਦੇ ਨੇ। ਜੇ ਦੂਜੇ ਪਾਸੇ ਅਸੀਂ ਗੱਲ ਕਰੀਏ ਤਾਂ ਭਾਰਤ ਹੀ ਇਕਲੌਤਾ ਦੇਸ਼ ਐਸਾ ਕਿਹਾ ਜਾਂਦਾ ਹੈ ਜਿਹਦੇ ਵਿੱਚ ਲੋਕ ਪਿਆਰ ਮੁਹੱਬਤਾਂ ਨੂੰ ਪਹਿਲ ਦਿੰਦੇ ਨੇ। ਅੱਜ ਇੱਕ ਐਸੀ ਹੀ ਮੁਲਾਕਾਤ ਤੁਹਾਡੇ ਨਾਲ ਮੈਂ ਕਰਵਾਉਣ ਜਾ ਰਿਹਾ ਹਾਂ। ਚੰਡੀਗੜ੍ਹ ਸ਼ਹਿਰ ਦੇ ਵਿੱਚ ਮੈਂ ਇਸ ਵੇਲੇ ਮੌਜੂਦ ਹਾਂ ਔਰ ਮੇਰੇ ਨਾਲ ਪ੍ਰਿੰਸ ਮਹਿਰਾ ਜੀ ਮੌਜੂਦ ਰਹਿਣਗੇ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। शुरू दे विच एक तस्वीर असी अपने कैमरे दे मूहरे थोड़े नाल सांझी कीती है। एक सैकल जिहड़ा मेरे कोले खड़िया होया हुआ है, ये 1990 दे विच ये चंडीगढ़ शहर दे विच घूमण लई शुरू होया सीगा और उस तो बाद हौली हौली करके सैकल तो कह सकते हैं एक स्कूटरी तक दी प्रिंस महरा जी की ग्रोथ हुई है। हुण इन्हां दा काम की है, ਤੁਸੀਂ ਸ਼ੁਰੂ ਦੇ ਵਿੱਚ ਤਸਵੀਰ ਦੇਖੀ ਹੋਣੀ ਆ ਕਿ ਬਰਡ ਐਂਬੂਲੈਂਸ ਇਸ ਦਾ ਨਾਮ ਹੈਗਾ ਸਾਈਕਲ ਦਾ ਤੇ ਇਹਨਾਂ ਦੀ ਸਕੂਟਰੀ ਦਾ। ਸਰ ਇੱਕ ਐਨੀਮਲ ਡਿਪਾਰਟਮੈਂਟ ਦੇ ਵਿੱਚ ਜੌਬ ਵੀ ਕਰਦੇ ਨੇ ਔਰ ਜੇ ਅਸੀਂ ਕਹੀਏ ਪਾਰਟ ਟਾਈਮ ਆਪਣਾ ਇਹ ਵੀ ਕੰਮ ਕਰਦੇ ਨੇ। ਗੱਲਬਾਤ ਉਹਨਾਂ ਨਾਲ ਜਦੋਂ ਅਸੀਂ ਕੀਤੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਮੇਰਾ ਜਿਹੜਾ ਹੈਗਾ ਵੈ ਇਹ ਪਾਰਟ ਟਾਈਮ ਜੌਬ ਹੈਗੀ ਆ, ਇਹਨੂੰ ਮੈਂ ਪੱਲਿਓਂ ਖਰਚ ਕਰਕੇ ਪਾਰਟ ਟਾਈਮ ਜੋਬ ਕਰਦਾ। ਅਕਸਰ ਜਦੋਂ ਅਸੀਂ ਕੋਈ ਜੋਬ ਕਰਦੇ ਹੁੰਦੇ ਤੇ ਅਸੀਂ ਤਨਖਾਹਾਂ ਲੈਂਦੇ ਹੁੰਦੇ ਆ, ਪਰ ਸਰ ਤਨਖਾਹਾਂ ਜਿਹੜੀ ਆ ਆਪਣੇ ਉੱਤੇ ਹੀ ਲਾ ਦਿੰਦੇ ਨੇ। ਸੋ ਗੱਲਬਾਤ ਕਰਾਂਗੇ, ਸਵਾਗਤ ਕਰਾਂਗੇ ਸਰ ਦਾ। ਮੇਰੇ ਨਾਲ ਪ੍ਰਿੰਸ ਮਹਿਰਾ ਜੀ ਮੌਜੂਦ ਰਹਿਣਗੇ। ਸਰ ਬਹੁਤ ਬਹੁਤ ਸਵਾਗਤ ਹੈ ਰਹਿਮਤ ਟੀਵੀ ਤੇ। ਮੈਂ ਰਹਿਮਤ ਟੀਵੀ ਦੇਖਣ ਵਾਲਿਆਂ ਨੂੰ ਸਾਰੇ ਦਰਸ਼ਕਾਂ ਨੂੰ ਪਹਿਲਾਂ ਤਾਂ ਮੈਂ ਹੈਪੀ ਨਿਊ ਈਅਰ ਕਹਿੰਦਾ ਹਾਂ। ਉਸ ਤੋਂ ਬਾਅਦ ਮੈਂ ਚੈਨਲ ਦਾ ਵੀ ਬਹੁਤ ਬਹੁਤ ਆਭਾਰੀ ਹੈ ਜਿਨ੍ਹਾਂ ਨੇ ਮੈਨੂੰ ਸਿਲੈਕਸ਼ਨ ਜੀ। ਸਰ ਬਰਡ ਐਂਬੂਲੈਂਸ ਜਿੱਥੇ ਤੱਕ ਮੈਂ ਤੁਹਾਡੇ ਬਾਰੇ ਸੋਸ਼ਲ ਮੀਡੀਆ ਤੇ ਸੁਣਿਆ ਵਾ, ਤੁਹਾਨੂੰ ਬਰਡ ਮੈਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਚੰਡੀਗੜ੍ਹ ਸ਼ਹਿਰ ਦੇ ਵਿੱਚ। ਪਹਿਲਾਂ ਸਰ ਅਸੀਂ ਇਹ ਚਾਹਾਂਗੇ ਸਾਨੂੰ ਇਹ ਦੱਸਿਆ ਜਾਵੇ ਕਿ ਇਸ ਚੀਜ਼ ਦੀ ਸ਼ੁਰੂਆਤ ਕਿਵੇਂ ਹੋਈ, ਕੀ ਤੁਹਾਡੀ ਸੋਚ ਬਣੀ ਸੀ ਜੋ ਤੁਸੀਂ 1990 ਦੇ ਵਿੱਚ ਇਸ ਸਾਈਕਲ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਗੇੜਾ ਲਾਣਾ ਸ਼ੁਰੂ ਕੀਤਾ। ਮੈਂ NGO ਯੂਥ ਸੱਤਾ ਦੇ ਨਾਲ ਮੈਂ ਕੰਮ ਕਰਨਾ ਸਮਾਜ ਸੇਵਾ ਵਾਸਤੇ ਤੇ ਸੁੰਦਰ ਲਾਲ ਬਹੁਗੁਣਾ ਜੀ ਸਾਡੇ ਕੋਲ ਆਉਂਦੇ ਸੀ ਚੰਡੀਗੜ੍ਹ ਦੇ ਵਿੱਚ। ਉਹਨਾਂ ਤੋਂ ਪ੍ਰੇਰਨਾ ਲੈ ਕੇ ਹੀ ਮੈਂ ਸਾਈਕਲ ਜਿਹੜੀ ਸ਼ੁਰੂਆਤ ਕੀਤੀ ਹੈ ਤਾਂ ਕਿ ਪਰਿਆਵਰਨ ਨੂੰ ਅਸੀਂ ਰੋਕ ਸਕੀਏ, ਕਿਉਂਕਿ ਅੱਜ ਤੋਂ ਬਾਅਦ ਜਿਹੜਾ ਪਰਿਆਵਰਨ ਇੰਨਾ ਫੈਲ ਗਿਆ ਹੈ, ਪ੍ਰਦੂਸ਼ਣ ਇੰਨਾ ਫੈਲ ਗਿਆ ਹੈ ਕਿ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਇਹਦੇ ਨਾਲ ਮੁਸ਼ਕਿਲ ਨਹੀਂ ਪੈ ਜਾਏਗੀ। ਇਸ ਲਈ ਸਾਨੂੰ ਇਹਦੇ ਵਾਸਤੇ ਕੁਛ ਨਾ ਕੁਛ ਕਰਨਾ ਪਏਗਾ।
तो मैं उन्होंने तो सुंदर लाल बहुगुणा जी तो प्रेरणा लैके मैं ये साइकिल चलानी शुरू की थी, क्योंकि एक यही टायर है, ग्रीन टायर है, ਜਿਹੜਾ ਪ੍ਰਦੂਸ਼ਣ नहीं करता है। ਫਿਰ 2011 ਦੇ ਵਿੱਚ ਮੈਂ NGO ਦੇ ਨਾਲ ਗਰੀਬ ਬੱਚਿਆਂ ਨੂੰ ਲੈ ਕੇ ਅਸੀਂ ਫਿਰੋਜ਼ਪੁਰ ਆਰਮੀ ਅਚੀਵਮੈਂਟ ਕੈਂਪ ਵਾਸਤੇ ਗਏ ਸੀ। ਉੱਥੇ 2 ਕਬੂਤਰਾਂ ਨੂੰ ਕਰੰਟ ਲੱਗਿਆ ਸੀਗਾ ਤੇ ਮੈਂ ਉਹ ਦੋਨੋਂ ਕਬੂਤਰਾਂ ਨੂੰ ਚੱਕ ਕੇ ਮੈਂ ਦੇਖਿਆ ਵੀ ਇਦਾਂ ਦੇ ਸੜ ਜਾਣਗੇ, ਇਹਨਾਂ ਦੀ ਬਦਬੂ ਹੈ ਜਿਹੜੀ ਪਰਿਆਵਰਨ 'ਚ ਹਵਾ ਦੇ ਜ਼ਰੀਏ ਪਰਿਆਵਰਨ ਨੂੰ ਨੁਕਸਾਨ ਪਹੁੰਚਾਏਗੀ ਔਰ ਸਾਹ ਦੇ ਜ਼ਰੀਏ ਸਾਡੇ ਅੰਦਰ ਜਾਏਗੀ, ਕਿਤੇ ਵੀ ਕੋਈ ਪੰਛੀ ਮਰਦਾ ਜਿੱਦਾਂ, ਕਿਉਂਕਿ ਰੋਡ ਸਾਈਡ ਦੇ ਉੱਪਰ ਕੋਈ ਵੀ ਜਾਨਵਰ ਜਾਂ ਪੰਛੀ ਮਰਿਆ ਹੁੰਦਾ ਲੋਕ ਉਹਦੇ ਵੱਲ ਗੌਰ ਨਹੀਂ ਕਰਦੇ, ਬਸ ਮੂੰਹ ਦੇ ਉੱਪਰ ਰੁਮਾਲ ਕਰਕੇ ਨਿਕਲ ਜਾਂਦੇ, ਉਹਦੇ ਵੱਲ ਕੋਈ ਸੋਚਦਾ ਨਹੀਂ ਹੈ। ਫਿਰ ਮੈਂ ਸੋਚਿਆ ਨਹੀਂ ਇਹਨਾਂ ਦਾ ਕੁਛ ਨਾ ਕੁਛ ਮੈਨੂੰ ਸੋਚਣਾ ਚਾਹੀਦਾ ਤੇ ਮੈਂ ਫਿਰ ਚੰਡੀਗੜ੍ਹ ਆ ਕੇ ਮੈਂ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਦੋਨਾਂ ਦਾ, ਕਬੂਤਰਾਂ ਦਾ। ਫਿਰ ਮੈਂ 4 ਦਿਨ ਬਾਅਦ ਆ ਕੇ ਚੰਡੀਗੜ੍ਹ ਆ ਕੇ मैं अपने खर्चे के ऊपर इश्तिहार बनवाया, उसके जो अपील लिखी मैं, भाई मेरे बहन भाइयों बच्चों बुजुर्गों, जो भी आपको कहीं भी मरा हुआ पंछी जहाँ मरा हुआ पंछी जहाँ जख्मी पंछी अगर कोई मिलता है तो मुझे इस नंबर पे कॉन्टैक्ट करें। 2011 से फिर मेरे ये मिशन है पंछियों के, उनको बचाने के लिए ये शुरुआत हुई। ਅੱਛਾ ਸਰ, ਸ਼ੁਰੂਆਤੀ ਤੌਰ ਤੇ ਜੇ ਮੈਂ ਗੱਲ ਕਰਾਂ ਕਿਹੜੇ ਪੰਛੀ ਤੁਸੀਂ ਲੱਭੇ ਨੇ, ਉਹਨਾਂ ਦਾ ਇਲਾਜ ਕੀਤਾ ਜਾਂ ਜਿਹੜੇ ਡੈੱਡ ਹੋ ਚੁੱਕੇ ਸੀ ਉਹਨਾਂ ਦਾ ਸੰਸਕਾਰ ਕੀਤਾ ਵਾ, ਇਹੋ ਜਿਹੀ ਕਿਹੜੀ ਪੰਛੀਆਂ ਦੀ ਕਿਸਮਾਂ ਸੀ? ਕਿਉਂਕਿ ਜੇ ਗੱਲ ਕਰੀਏ ਭਾਰਤ ਦੇਸ਼ ਦੇ ਵਿੱਚ ਪੰਛੀਆਂ ਦੀ ਵੀ ਕਿਸਮਾਂ ਬਹੁਤ ਹੈਗੀਆਂ ਨੇ, ਜ਼ਹਿਰੀਲੇ ਪੰਛੀ ਵੀ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਆਪਾਂ ਨੂੰ ਵੀ ਨੁਕਸਾਨ ਹੋ ਸਕਦਾ। ਪਹਿਲਾਂ ਮੈਂ ਦੇਖੋ ਜੀ, ਪਹਿਲਾਂ ਕੋਈ ਬਰਡ इन्हों का कोई हॉस्पिटल नहीं सीगा, जी सरकारी डिस्पेंसरी है, एनिमल हस्बेंड्री है, वहीं पर लोग जाके उनको उनका इलाज वगैरह कराते थे। तो अब 1.5 साल हो गया है हमारे यहाँ बर्ड पार्क बना हुआ है चंडीगढ़ में, उसी के साथ में उनको हॉस्पिटल बना हुआ है, बर्ड का हॉस्पिटल बना हुआ है। अब जो भी इलाज होता है पंछियों का वहीं पर होता है। अब मैं सिर्फ अपने क्रो वगैरह उठाता हूँ और पिजन वगैरह उठाता हूँ, वो हमारे हॉस्पिटल में उनका ट्रीटमेंट हम कर सकते हैं और उनका उनके खाने पीने का भी हमारे पास है। बाकी जो पंछी होते हैं वो हम वाइल्ड लाइफ वालों को उनके जो कॉल होती है उनको फॉरवर्ड करते हैं। मतलब कबूतर ते कौए तुसीं चक हाँ जी, हाँ फिलहाल दे जी है ना? जी जी जी। ਅੱਛਾ ਸਰ, ਫਿਰ ਕਰਦੇ ਕੀ ਹੋ? ਮੰਨ ਲਓ ਜਿਵੇਂ ਕੋਈ ਪੰਛੀ ਨੂੰ ਨੁਕਸਾਨ ਹੁੰਦਾ ਵਾ ਜਾਂ ਕੋਈ ਕਰੰਟ ਲੱਗ ਕੇ ਮਰ ਜਾਂਦਾ ਹੈ ਜਾਂ ਇਲਾਜ ਦੀ ਹਾਲਤ ਦੇ ਵਿੱਚ ਹੁੰਦਾ, ਫਿਰ ਉਸ ਤੋਂ ਬਾਅਦ ਕੀਤਾ ਕੀ ਜਾਂਦਾ ਇਲਾਜ ਵਗੈਰਾ ਕਰਕੇ? ਜਿਹੜੇ ਮਰ ਜਾਂਦੇ ਨੇ ਉਹਨਾਂ ਦਾ ਤਾਂ ਤੁਸੀਂ ਦੱਸਿਆ ਕਿ ਮੈਂ ਸੰਸਕਾਰ ਕਰ ਦਿੰਦਾ ਵਾ, ਹੈ ਨਾ? जिदा हूँ छोटी मोटी कोई चोट होगी, कोई रगड़ लग गई या कोई खरोच वगैरह लग गई, उन्होंने का इलाज मैं अपने घर कर देना। मैंने पाउडर रखा हुआ है जो हमारे ऑफिस में यूज़ होते हैं, वही पाउडर मैंने अपने घर पे रखा हुआ, उनको पाउडर लगा के 2 दिन 4 दिन बाद में उनको फ्री कर देता हूँ। अगर कोई मेजर चोट होती है, काफ़ी कट गया है, पर टूट गया है, तो मैं उसको अपने हॉस्पिटल में डॉक्टरों की देख रेख में उसका इलाज करा के उनको वहाँ पर एडमिट कर लेते हैं। और जब भी डॉक्टर साहब कहते हैं, जब हमारे को लगता है भी ये उड़ने वाले शुरू हो गए, छत तक उड़ने लग गए, तो फिर हम उनको फ्री कर देते हैं। ਅੱਛਾ ਸਰ, ਇੱਕ ਗੱਲ ਦੇਖਣ ਵਾਲੀ ਆ ਵੀ ਜਦੋਂ ਬੰਦਾ ਕਿਸੇ ਸਰਕਾਰੀ ਡਿਪਾਰਟਮੈਂਟ 'ਚ ਕੰਮ ਕਰਦਾ ਤੇ ਸਰਕਾਰ ਵੱਲੋਂ ਵੀ ਤਨਖਾਹ ਦਾ ਉਹਦੇ ਉੱਤੇ ਬੜਾ ਪ੍ਰੈਸ਼ਰ ਹੁੰਦਾ ਹੈ, ਕੰਮਕਾਜ ਦਾ ਬੜਾ ਪ੍ਰੈਸ਼ਰ ਹੁੰਦਾ ਹੈ, ਫਿਰ ਡਿਪਾਰਟਮੈਂਟ ਵੱਲੋਂ ਕਿੱਦਾਂ ਦਾ ਸਹਿਯੋਗ ਮਿਲਦਾ ਤੁਹਾਡੇ ਇਸ ਕੰਮ ਨੂੰ? नहीं, मैं जिस टाइम मैं पहले पेंटर का काम करता सीगा, जो मेरी सैलरी मैं जो कमांदा सीगा, मैं 20% मैं इसलिए कमा वास्ते यूज़ करते समाज सेवा वास्ते। मेरे इसी काम को देख के एनिमल ने मेरे को ऐसे DC रेट पे मुझे इसी डिपार्टमेंट में नौकरी दे दी, ताकि मैं जो अपना काम भी है और जो बाकी जो जानवर है जैसे कुत्ता बिल्ली वगैरह है वो इंजर्ड हो जाते हैं, उसी में मेरी ड्यूटी है, मैं उसको रेस्क्यू करके अपने हॉस्पिटल में लेके जाता हूँ। किसी का एक्सीडेंट हो गया, कोई बीमार हो गया, तो उनको इलाज करके वहाँ पर डॉक्टर साहब इलाज करके जब कहते हैं इसको ठीक हो गया रिलीज़ करो, तो हम उसी स्पॉट पे जहाँ से उठाते हैं वहीं पर उनको छोड़ देते हैं। मेरा मकसद भी यही हो गया, एक तो चलो जितनी सैलरी है वो तो कोई चक्कर नहीं है, क्योंकि मैं पैसों के पीछे नहीं गया, क्योंकि मैंने अभी पहले बैंक की नौकरी छोड़ दी, मुझे बैंक की नौकरी मिली थी। अब मैंने कहा अगर मैं बैंक की नौकरी करूँगा तो मैं जा नहीं पाऊँगा कहीं भी। अगर कोई मुझे कॉल आती है, जैसे मैं पहले आपका काम करता था तो मैं कभी भी जा सकता था, काम तो मैं कभी भी कर सकता था वापस आके पेंटर का, तो मैं फिर कंप्लेंट पे निकल जाता था, पहले वो करता था। अब डिपार्टमेंट में ये है जब तक मैं घर पे होता हूँ तो मैं अपनी एम्बुलेंस से यूज़ करता हूँ। उसके बाद में जो है अब वहाँ भी हमारे जैसे ये पंछी वगैरह रखते हैं
तो फिर मैं जो एम्बुलेंस में मेरी ड्यूटी है वहाँ पर कंप्लेंट आती है ऑफिस में रिसेप्शन पे, तो मैं वहीं से उसमें कर लेता हूँ। मेरे दोनों मकसद हो गए, मेरी सेवा भी होगी, साथ साथ में जो काम जो मुझे सैलरी मिलती है उससे मैं अपने बच्चे भी पालूं। ਅੱਛਾ ਸਰ, ਚਲੋ ਇਹ ਸਾਈਕਲ ਤਾਂ ਤੁਸੀਂ ਕਿਹਾ ਕਿ 1990 ਦੇ ਵਿੱਚ ਮੈਂ ਲਿਆ ਸੀਗਾ। ਇਹ ਸਕੂਟਰੀ ਕਦੋਂ ਤੁਹਾਡੇ ਹੱਥ ਆਈ ਸੀਗੀ ਜਾਂ ਇਹਦਾ ਕੀ ਜਰੀਆ ਬਣਿਆ ਸੀਗਾ? ਸਰ ਜਿੱਦਾਂ ਮਤਲਬ ਮੈਂ ਹੁਣ ਸਾਈਕਲ ਹੈ ਸਰ, ਜਿੱਦਾਂ ਕੋਈ ਪੰਛੀ ਇੰਜਰਡ ਹੋ ਗਿਆ, ਚੰਡੀਗੜ੍ਹ ਦੇ ਏਰੀਆ 12 ਕਿਲੋਮੀਟਰ 'ਚ ਫੈਲਾ ਹੋਇਆ ਹੈ, ਉਹ मैं इतनी दूर मैं साइकिल से इतनी जल्दी जा नहीं पा सकता सीधा। अगर कल तो कोई डेड हो गया, मुर गया, उसको तो मैं घंटे बाद भी उठा सकता हूँ, उसका संस्कार ही करना। मान लो अगर कोई जख्मी हो गया तो मुझे उसको जल्दी पहले ट्रीटमेंट करने के लिए उसको उठाना पड़ता है। तो साइकिल थोड़ी सी कम चलती है, तो मैंने बैंक वालों से बात करी तो सेंट्रल बैंक ने मुझे ये मुझे डोनेट करी। ये भी बैटरी वाली है, ये भी प्रदूषण नहीं करती है, इलेक्ट्रिक बाइक है ये। अच्छा जी। तो इससे मैं जो इंजर्ड होते हैं तो मैं उससे ये जल्दी थोड़ा सा करके हॉस्पिटल पहुंचाता हूँ। ਅੱਛਾ ਸਰ, ਅੱਜ ਕੋਈ ਪੰਛੀ ਫੜਿਆ ਤੁਸੀਂ ਜਿਹੜਾ ਕੈਮਰੇ ਦੇ ਮੂਹਰੇ ਦਿਖਾਣਾ ਚਾਹੋਗੇ ਤੁਸੀਂ? ਹਾਂਜੀ ਹਾਂ, ਅੱਜ ਮੈਨੂੰ ਸਵੇਰੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੈਨੂੰ ਮੈਂ ਸੋਚਦਾ ਉੱਪਰ ਵਾਲੇ ਨੇ ਮੈਨੂੰ ਕੁਝ ਇਹੋ ਜਿਹੀ ਸੇਵਾ ਦਾ ਮੌਕਾ ਦੇ ਦਿੱਤਾ ਤੁਹਾਨੂੰ ਤੁਹਾਡੇ ਆਉਣ ਤੋਂ ਪਹਿਲਾਂ। ਤੇ ਮੈਂ ਹੁਣੇ ਸਵੇਰੇ ਮੈਨੂੰ ਕਾਲ ਆਈ ਸੀਗੀ, ਮੈਂ ਕਬੂਤਰ ਮੈਂ ਹੁਣੇ ਮੈਨੂੰ ਕਾਲ ਆਈ ਹੈ, ਉੱਡ ਨਹੀਂ ਰਿਹਾ ਸੀਗਾ ਇਹ। ਮੈਨੂੰ ਲੱਗਦਾ ਹੈ ਕੋਈ ਬੱਚਾ ਹੈ ਸ਼ਾਇਦ, ਦੇਖੋ ਉਹਦਾ ਸਾਰੀ ਸਕਿਨ ਵਗੈਰਾ ਦੀ ਪ੍ਰੋਬਲਮ ਹੈਗੀ ਜੀ ਸਾਰੀ ਦੀ। ਤੇ ਮੈਂ ਹੁਣ ਘਰ ਹੀ ਦੀ ਮੈਂ ਟ੍ਰੀਟਮੈਂਟ ਕਰਕੇ ਇਹਨੂੰ ਘਰ ਤੋਂ ਹੀ ਇਹਨੂੰ ਮੈਂ ਉਡਾ ਦਾਂਗਾ ਇਹਨੂੰ। ਅੱਛਾ ਜੀ। ਕਿ ਮੇਜਰ ਨਹੀਂ ਹੈ ਕੁਝ ਵੀ। ਠੀਕ ਹੈ। ਤੇ ਮੈਂ ਟ੍ਰੀਟਮੈਂਟ ਪਹਿਲੇ ਘਰ ਕਰਾਂਗਾ ਇਹਦੀ, ਉਸ ਤੋਂ ਬਾਅਦ 2 ਦਿਨ ਜਾਂ 4 ਦਿਨ ਬਾਅਦ ਮੈਨੂੰ ਫ੍ਰੀ ਕਰ ਦਾਂਗਾ। ਫ੍ਰੀ ਕਰ ਦੋਗੇ ਜੀ ਸਰ। ਅੱਛਾ, ਜਿਵੇਂ ਇਹਨਾਂ ਦੀ ਦਵਾ ਬੂਟੀ ਤੇ ਜਿਹੜਾ ਖਰਚਾ ਹੁੰਦਾ ਵਾ, ਜਿਵੇਂ ਤੁਸੀਂ ਕਿਹਾ ਕਿ ਮੈਂ ਪੱਲਿਓ ਲਾ ਕੇ ਇਹਨਾਂ ਦਾ ਸਾਰਾ ਕੰਮ ਕਰਦਾ ਹੈਗਾ ਵਾ, ਫਿਰ ਤੁਹਾਡੇ ਡਿਪਾਰਟਮੈਂਟ ਵੱਲੋਂ ਵੀ ਜਾਂ ਲੋਕਾਂ ਦੇ ਵੱਲੋਂ ਵੀ ਤੁਹਾਨੂੰ ਸਹਿਯੋਗ ਦਿੱਤਾ ਜਾਂਦਾ ਵਾ? ਚਲੋ ਅਸੀਂ ਵੀ ਸੇਵਾ 'ਚ ਯੋਗਦਾਨ ਪਾ ਦਿੰਦੇ ਹਾਂ ਆਪਣਾ। ਕਈ ਲੋਕ ਮਿਲ ਜਾਂਦੇ ਇਹੋ ਜਿਹੇ ਜੀ, ਜਿੱਦਾਂ ਚੱਲਦੇ ਰੋਡ ਤੇ ਦੇਖਦੇ ਆ ਪਿੱਛੇ ਪੜ ਲੈਂਦੇ ਵੀ ਇਹ ਬੰਦਾ ਐਂਬੂਲੈਂਸ ਸੇਵਾ ਕਰਦਾ ਜਾ ਰਿਹਾ। ਉਹ ਕਈ ਵਾਰੀ ਕੁਛ ਨਾ ਕੁਛ ਡੋਨੇਸ਼ਨ ਦੇਣ ਦੇ ਵੀ ਸਾਡੇ ਵੱਲੋਂ ਵੀ ਚਲੋ ਪੰਛੀਆਂ ਦੇ ਵਾਸਤੇ ਤੁਸੀਂ ਇਹ ਲੈ ਲਓ। ਲੇਕਿਨ ਮੈਂ ਅੱਜ ਤੱਕ ਕਿਸੇ ਤੋਂ ਮੈਂ ਜਿੰਨਾ ਮੇਰੇ ਕੋਲ ਹੋ ਸਕਦਾ ਮੈਂ ਆਪਣੀ ਤਨਖਾਹ ਦੇ ਵਿੱਚੋਂ ਹੀ ਮੈਂ ਸਾਰੇ ਇਹ ਸੇਵਾ ਕਰਦਾ ਹੈਗਾ। ਬਾਕੀ ਅੱਗੇ ਭਗਵਾਨ ਉੱਪਰ ਵਾਲਾ ਬੈਠਾ ਉਹਨੂੰ ਪਤਾ ਹੈ ਵੀ ਮੈਂ ਕੀ ਕਰ ਰਿਹਾ ਹੈਗਾ, ਉਹ ਆਪਣੇ ਆਪ ਹੀ ਦੇ ਹੀ ਜਾਂਦਾ ਹੈਗਾ ਜੀ, ਹੋਰ ਕੁਛ ਨਹੀਂ। ਅੱਛਾ ਸਰ, ਜਿਵੇਂ ਤੁਸੀਂ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਮੈਂ ਆ ਦੋਵੇਂ ਚੀਜ਼ਾਂ ਲੈ ਕੇ ਘੁੰਮਦਾ ਹੈਗਾ ਮੈਂ, ਫਿਰ ਲੋਕ ਵੀ ਅਵੇਅਰ ਹੁੰਦੇ ਨੇ ਇਹ ਕੰਮ ਨੂੰ ਦੇਖ ਕੇ ਤੁਹਾਡੇ? ਮੈਨੂੰ ਦੇਖੋ ਜੀ, ਬੜੇ ਪਹਿਲਾਂ ਮੈਂ ਸਾਈਕਲ ਚਲਾਉਂਦਾ ਸੀ ਜਿਸ ਟਾਈਮ, ਉਹ ਲੋਕੀ ਕਹਿੰਦੇ ਸੀਗੇ ਯਾਰ ਕਿਆ ਯਾਰ ਸਾਈਕਲ ਦਾ ਜ਼ਮਾਨਾ ਹੈ ਕੋਈ, ਵੀ ਤੂੰ कोठी का मालिक हैगा यार, तू गड्डी गुड्डी ले। मैं कहा भाई बात ऐसे है, मैं मेरा दिल करता है मैं साइकिल चलाऊं, ठीक है ना, मैं इस मिशन में जुड़ा हुआ हूँ। अगर मैं गाड़ी लूँगा तो लोग मुझे गाड़ी निकालेंगे। मैं 32 सालों से, मैं 33वां साल है मेरा, 32 सालों से मैं साइकिल चला रहा हूँ। अगर मैं अब गाड़ी चलाऊँगा तो लोगों ने कहना बस तेरा तो मिशन ख़त्म हो गया। तो मैं इसलिए मैं प्रदूषण को रोकने के लिए, ताकि जो हमारी आने वाली पीढ़ी है वो भी कहे कि कोई आदमी था जो हमारे लिए कुछ करके गया है, क्योंकि ऊपर वाले ने हमें इतनी अच्छी जून दी है, हर एक चीज़ समझने की जरूरत की है। अगर हम इसमें अच्छे काम नहीं करेंगे तो हमारा दुनिया में आने का जो मकसद है वो ख़त्म है, उसका कोई फ़ायदा नहीं है हमारी इस अच्छी जून का। तो हमें अच्छे काम करने चाहिए, सेवा करनी चाहिए, चाहे कोई जानवर है, कोई पंछी है, कोई आदमी है, कुछ भी है, सेवा करो जितनी हो सके, क्योंकि जो ये सेवा है वही साथ में जाएगी, बाकी सब जो है सब मिट्टी हो जाना, सब यही रह जाए। अच्छा सर, ਤੁਹਾਡੇ ਨਾਲ ਹੋਰ ਕਿੰਨੇ ਕੋ ਲੋਕ जुड़े ने ਜਿਹੜਾ ਆ ਕੰਮ ਕਰਦੇ ਪਏ ਨੇ? मैं जैसे देखो जी, जैसे मैं 1990 साइकिल चला रहा हूँ, हम साइकिल क्लब शुरू किए हमने, कई स्कूलों में साइकिल क्लब एनजीओ के मिलकर, जिसमें मैं काम करता हूँ। अब मैं स्कूल में भी जाके बच्चों को भी मोटिवेट करता हूँ। जैसे कोई बुलाता है मेरे को, चीफ गेस्ट के तौर पे बुलाते हैं स्कूल में, जैसे पानी के ऊपर बुलाते हैं, पर्यावरण के ऊपर बुलाते हैं, गर्मियों में बताते हैं भी पंछियों के बारे में आप बताओ, बच्चों को बताओ। तो मैं बच्चों को उन चीज़ों के बारे में मोटिवेट करता हूँ, लड़कियों के बारे में मोटिवेट करता हूँ, सेव गर्ल चाइल्ड के बारे में, सेव वाटर लाइफ में, पेड़ लगाओ, जीवन बचाओ, साइकिल चलाओ। ऐसे मैं टाइम से जो मिशन चलाता हूँ, मैं अपनी साइकिल के ऊपर बोर्ड लगा के लोगों को मोटिवेट करता हूँ। तो फिर मैं बच्चों को भी समझाता हूँ, क्योंकि बच्चों ने आगे बढ़ के ही जो हमारी उम्र तो चलो
जितनी है निकल गई, जितनी बची है पता नहीं, बाकी ऊपर वाला देखेगा भी कब तक रखना है हमने। तो बच्चे जो हैं उन्होंने ही आगे मूव करना है। अगर हम उनको आज ही उनको इन चीज़ों के बारे में बताएंगे तभी वो बड़े होकर इन कामों में उनकी सेवा कर पाएंगे। अच्छा सर, ਜਾਂਦੇ ਜਾਂਦੇ मैसेज की देना चाहोगे साडे कैमरे के जरिए? मैं मैसेज देखो जी, चाहे कोई बच्चा है, कोई बड़ा है, कोई बुजुर्ग है, मैं सभी को ये कोई बड़े ही बच्चों को समझाते हैं, बच्चे ना समझ होते हैं। कई कॉलोनियों में जहाँ शहरों में भी आजकल चलो कम हो गया है, पतंग जैसे उड़ाते हैं। वो जो चाइना डोर चलती है वो इतनी ख़तरनाक है, उससे पंछियों को तो नुकसान होता है, ह्यूमन बॉडी को भी नुकसान होता है। मेरी सबसे हाथ जोड़ के विनती है कि चाइना डोर जो है उसको यूज़ ना किया जाए। जो ये पंछी है, जानवर है, इनको अपने परिवार का हिस्सा समझे, ताकि अगर ये हैं तो पर्यावरण है तो हम हैं। मैं जितने पंछियों का मैंने आज तक 2011 से मैं 1254 के करीब मैं पंछियों का संस्कार कर चुका हूँ। उस 1150 के करीब मैं इनका इलाज करके इनको फ्री कर चुका हूँ, चाहे यहाँ से अपने घर से, जहाँ अपने हॉस्पिटल से। और मैं 4 साल से, जैसे हम अपने रिश्तेदारों के लिए, अपनी फैमिली के लिए किसी की डेथ हो जाती है, वो कोई हवन करवाता है, कोई पाठ करवाता है अपने अपने धर्म के हिसाब से। मैं जितने भी पंछियों का संस्कार करता हूँ 4 साल से लगातार, मैं इनके लिए, जैसे हम अपने रिश्तेदारों के लिए हवन करवाते हैं, जैसे वो उनकी आत्मा को शांति मिले ऊपर जाके, तो मैं भी पंछियों की आत्मा की शांति के लिए 4 साल से लगातार हवन करवा रहा हूँ अपने बच्चे। ਸੋ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ। ਸੋ ਜਾਂਦੇ ਜਾਂਦੇ ਇੱਕ ਵਾਰੀ ਫੇਰ ਸਾਈਕਲ ਦੇ ਉੱਤੇ ਨਜ਼ਰ ਮਰਵਾਵਾਂਗੇ। ਸਕੂਟਰੀ ਤਾਂ ਤੁਸੀਂ ਦੇਖ ਲਈ ਹੋਈ ਹੈ ਸਰ ਦੀ। ਵਾਤਾਵਰਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰ ਨੇ ਉਹ ਸਕੂਟਰੀ ਲਈ ਆ, ਇਲੈਕਟ੍ਰਿਕ ਸਕੂਟਰੀ ਆ। ਔਰ ਇੱਥੇ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ, ਜਿਹੜੇ ਅਸੀਂ ਬੋਰਡ ਤੋਂ ਸ਼ੁਰੂ ਹੋਏ ਸੀ ਉਸੇ ਬੋਰਡ 'ਤੇ ਐਂਡ ਵੀ ਕਰੀਏ। ਸੋ ਇੱਕ ਵਾਰੀ ਉਪਲਬਧੀਆਂ ਸਰ ਦੀਆਂ ਇੱਥੇ ਲਿਖੇ ਹੋਏ ਨੇ ਕਿ ਕੀ ਰਿਕਾਰਡ ਸਰ ਦੇ ਨਾਮ ਦਰਜ ਨੇ। ਹਾਲਾਂਕਿ ਇਹ ਜਿਹੜਾ ਬੋਰਡ ਹੈ ਪੁਰਾਣਾ ਲੱਗਿਆ ਹੋਇਆ, ਨਵਾਂ ਸਰ ਕਹਿੰਦੇ ਆ ਰੈਡੀ ਹੋਣ ਨੂੰ ਗਿਆ ਹੋਇਆ। ਇਹਨਾਂ ਦੀ ਗਿਣਤੀ ਵੀ ਜਿਹੜੀ ਆ ਵੱਧ ਗਈ ਹੋਈ ਆ। ਜਿਹੜੀ ਸਾਈਕਲ ਦੇ ਉੱਤੇ ਬੋਰਡ ਲੱਗਿਆ ਹੋਇਆ ਉਹਦੇ ਮੈਂ ਰਿਕਾਰਡ ਤੁਹਾਨੂੰ ਇੱਕ ਵਾਰੀ ਆਪ ਬੋਲ ਕੇ ਦੱਸਣਾ ਚਾਹੂੰਗਾ। ਤੁਸੀਂ ਦੇਖ ਸਕਦੇ ਹੋ 42 ਵਰਲਡ ਰਿਕਾਰਡ ਇਹਨਾਂ ਦੇ ਨਾਮ ਦਰਜ ਨੇ, 7 ਨੈਸ਼ਨਲ ਰਿਕਾਰਡ ਇਹਨਾਂ ਦੇ ਨਾਮ ਦਰਜ ਨੇ, 14 ਇੰਟਰਨੈਸ਼ਨਲ ਰਿਕਾਰਡ ਇਹਨਾਂ ਦੇ ਨਾਮ ਦਰਜ ਨੇ। ਨੇਮ ਰਜਿਸਟਰਡ ਇਨ 60 ਬੁੱਕਾਂ ਦੇ ਵਿੱਚ ਇਹਨਾਂ ਦੀ ਜਿਹੜੀ ਆ ਨਾਮ ਦਰਜ ਹੋਏ ਨੇ। ਲਿਮਕਾ ਬੁੱਕ ਆਫ ਰਿਕਾਰਡਸ ਜਿਹੜੀ ਕਿ ਕਾਫੀ ਫੇਮਸ ਬੁੱਕ ਹੈਗੀ ਆ, ਔਰ ਇਸ ਬੁੱਕ ਦੇ ਵਿੱਚ ਕਿਸੇ ਦਾ ਨਾਮ ਦਰਜ ਹੁੰਦਾ ਆਪਣੇ ਆਪ ਬੜੀ ਮਹਾਨਤਾ ਵਾਲੀ ਗੱਲ ਹੈ। 150 ਅਵਾਰਡ ਇਹਨਾਂ ਦੇ ਨਾਮ ਦਰਜ ਨੇ। ਸਟੇਟ ਅਵਾਰਡ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਰਿਪਬਲਿਕ ਡੇ 'ਤੇ ਇਹਨਾਂ ਨੂੰ ਜਿਹੜਾ ਮਿਲਿਆ ਸੀਗਾ। ਸੋ ਫਿਰ ਉਹੀ ਗੱਲ ਹੈ ਕਿ ਭਾਰਤ ਦੇਸ਼ ਇੱਕ ਐਸਾ ਦੇਸ਼ ਹੈ ਜਿਹਦੇ ਵਿੱਚ ਪਿਆਰ ਮੁਹੱਬਤ ਨੂੰ ਪਹਿਲ ਦਿੱਤੀ ਜਾਂਦੀ ਹੈ, ਔਰ ਇਨਸਾਨ ਦੇ ਨਾਲ ਨਹੀਂ ਬਲਕਿ ਜਿਹੜਾ ਜਾਨਵਰਾਂ ਨਾਲ ਵੀ, ਪੰਛੀਆਂ ਨਾਲ ਵੀ ਆਪਣੀ ਮੁਹੱਬਤ ਸਾਂਝੀ ਕਰਦਾ ਵਾ। ਸੋ ਇਹੀ ਇੱਕ ਮਕਸਦ ਸੀਗਾ ਕਿ ਇਸ ਵੀਡੀਓ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਵੇ, ਤਾਂ ਜੋ ਇਸ ਵੀਡੀਓ ਨੂੰ ਦੇਖਣ ਵਾਲੇ ਲੋਕ ਵੀ ਅਵੇਅਰ ਹੋਣ ਅਤੇ ਇਹੋ ਜਿਹਾ ਕੋਈ ਨਾ ਕੋਈ ਉਪਰਾਲਾ ਕਰਨ ਦੇ ਇੱਛੁਕ ਬਣਨ, ਔਰ ਆਪਣੇ ਸਮਾਜ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣ। ਸੋ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ। ਜੇ ਚੰਗੀ ਲੱਗੀ ਹੈ ਸ਼ੇਅਰ ਜ਼ਰੂਰ ਕਰ ਦਿਓ। ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਂ ਵੀਡੀਓਜ਼ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਉਦੋਂ ਤੱਕ ਹੱਸਦੇ ਰਹੋ, ਵੱਸਦੇ ਰਹੋ, ਦੇਖਦੇ ਰਹੋ ਰਹਿਮਤ TV। ਧੰਨਵਾਦ।